ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਛਿੜੇ ਮਨੁੱਖੀ ਅਧਿਕਾਰ ਦੇ ਸਵਾਲ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਸਿੰਘ ਜੀ, ਪੰਜਾਬ ਤੋਂ ਲੈ ਕੇ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਨੁੱਖੀ ਅਧਿਕਾਰਾਂ ਦਾ ਸਵਾਲ ਜਿਹੜਾ ਹੈਗਾ ਇਹਨਾਂ ਦਿਨਾਂ 'ਚ ਅਕਸਰ ਜਿਹੜਾ ਹੈਗਾ ਚਰਚਾ ਦੇ ਵਿੱਚ ਆ ਜਾਂਦਾ ਹੈ। ਜੇਕਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਸੀਂ ਜਾਣਨਾ ਚਾਹਾਂਗੇ, ਪਿਛਲੇ ਕੁਝ ਦਿਨਾਂ 'ਚ ਇਜ਼ਰਾਈਲ ਤੇ ਫਲਸਤੀਨ ਦੇ ਵਿਚਕਾਰ ਇੱਕ ਜਿਹੜਾ ਟਕਰਾਅ ਬਣਿਆ ਹੋਇਆ ਸੀਗਾ, ਉਸ ਨੂੰ ਲੈ ਕੇ ਭਾਰਤ ਨੇ ਆਪਣਾ ਸਟੈਂਡ ਜਿਹੜਾ ਹੈਗਾ ਬਦਲ ਲਿਆ ਤੇ ਅਸੀਂ ਜਾਣਨਾ ਚਾਹਾਂਗੇ ਉਹ ਪਹਿਲਾਂ ਤਾਂ ਟਕਰਾਅ ਕੀ ਸੀਗਾ ਤੇ ਉਸ ਨੂੰ ਜਿਹੜਾ ਹੈਗਾ ਮਨੁੱਖੀ ਅਧਿਕਾਰਾਂ ਦੇ ਨਾਲ ਕਿਵੇਂ ਜੋੜ ਕੇ ਦੇਖਿਆ ਜਾ ਰਿਹਾ, ਉੱਥੇ ਮਨੁੱਖੀ ਅਧਿਕਾਰਾਂ ਦਾ ਕਿਵੇਂ ਘਾਣ ਹੋ ਰਿਹਾ। ਅਸਲ ਦੇ ਵਿੱਚ ਜਿਹੜਾ ਜਦੋਂ ਦੂਜੀ ਸੰਸਾਰ ਜੰਗ ਸੀ ਉਸ ਤੋਂ ਬਾਅਦ ਜਦੋਂ UNO ਬਣਦੀ ਹੈ 24 ਅਕਤੂਬਰ 1945 ਨੂੰ, ਅਤੇ UNO ਦਾ ਇੱਕ ਮਨੁੱਖੀ ਅਧਿਕਾਰਾਂ ਦਾ ਸਰਬ ਵਿਆਪਕ ਐਲਾਨਨਾਮਾ ਤੈਅ ਹੁੰਦਾ ਹੈ ਜਿਹੜੇ ਦੇ ਮੈਂਬਰ ਦੇਸ਼ ਨੇ। ਭਾਰਤ ਵੀ ਉਹਦਾ ਮੈਂਬਰ ਸੀ ਉਦੋਂ ਤੋਂ ਲੈ ਕੇ। ਜਿਹੜਾ ਦੁਨੀਆ ਪੱਧਰ 'ਤੇ ਇੱਕ ਮਾਨਵੀ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਇੱਕ ਮਨੁੱਖ ਨੂੰ ਜੋ ਅਧਿਕਾਰ ਮਿਲਣੇ ਹੀ ਮਿਲਣੇ ਚਾਹੀਦੇ ਨੇ ਚੰਗੀ ਜ਼ਿੰਦਗੀ ਜਿਉਣ ਲਈ, ਉਹ ਹੈ ਸਰਬ ਵਿਆਪਕ ਐਲਾਨਨਾਮਾ। ਅਤੇ ਉਦੋਂ ਬਾਅਦ ਚਲਦੇ ਇੱਕ ਫਿਰ ਹੋਰ ਬਹਿਸ ਹੁੰਦੀ ਹੈ ਕਿ ਨਹੀਂ, ਇਹ ਤਾਂ ਇਕੱਲੇ ਸਿਆਸੀ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਗੱਲ ਹੈ। ਜੇ ਆਰਥਿਕ ਆਜ਼ਾਦੀ ਨਾ ਹੋਵੇ, ਆਰਥਿਕ ਤੌਰ 'ਤੇ ਲੋਕਾਂ ਨੂੰ ਰੋਜੀ ਰੋਟੀ ਦਾ ਪ੍ਰਬੰਧ ਨਾ ਹੋਵੇ ਤਾਂ ਵੀ ਕੋਈ ਮਤਲਬ ਨਹੀਂ ਬਣਦਾ। ਫਿਰ 1966 ਦੇ ਵਿੱਚ ਆ ਕੇ ਇੱਕ ਹੋਰ ਇਕਰਾਰਨਾਮਾ ਹੁੰਦਾ। ਇਹ ਦੋ ਬਹੁਤ ਮਹੱਤਵਪੂਰਨ ਮੀਲ ਪੱਥਰ ਨੇ ਦੋਨਾਂ ਨੂੰ ਜੋੜ ਕੇ ਮਨੁੱਖੀ ਅਧਿਕਾਰਾਂ ਦੇ ਮਾਮਲੇ 'ਚ। ਜਦੋਂ ਵੀ ਕਿਤੇ ਉਲੰਘਣਾ ਹੁੰਦੀ ਹੈ ਤਾਂ ਉਹਦੀ ਕਸਵੱਟੀ 'ਤੇ ਦੇਖੀ ਜਾਂਦੀ ਹੈ, ਜਾਂ ਦੇਸ਼ ਦੇ ਸੰਵਿਧਾਨ ਮੁਤਾਬਕ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਉਸ ਕਸਵੱਟੀ ਦੇ ਮੁਤਾਬਕ। ਔਰ ਇਸੇ ਤਰ੍ਹਾਂ ਜਿਹੜਾ ਹੈਗਾ ਇਜ਼ਰਾਈਲ ਅਤੇ ਫਲਸਤੀਨ ਦਾ ਮਾਮਲਾ, ਇਹ ਵੀ 1949 ਤੋਂ ਲੈ ਕੇ ਹੈ, ਜਦੋਂ ਇਜ਼ਰਾਈਲ ਵਰਗਾ ਦੇਸ਼ ਕੋਈ ਨਹੀਂ ਸੀ। 49 ਦੇ ਵਿੱਚ ਪਹਿਲੀ ਵਾਰ ਉਹ ਦੇਸ਼ ਬਣਦਾ ਹੈ। ਉਹਨੂੰ ਅਮਰੀਕਾ ਦੀ ਅਤੇ ਬਾਕੀ ਜਿਹੜੇ ਮੇਨ ਜ਼ਿਆਦਾ ਪ੍ਰਭਾਵਸ਼ਾਲੀ ਦੇਸ਼ ਨੇ ਉਹਨਾਂ ਦੀ ਹਮੇਸ਼ਾ ਹੀ ਸਹਿ ਰਹੀ ਹੈ, ਉਹਨਾਂ ਦਾ ਹੱਥ ਰਿਹਾ ਜੀ। ਅਤੇ ਫਲਸਤੀਨੀ ਵਿਚਾਰੇ ਬਦਰ ਹੋ ਗਏ ਲਗਾਤਾਰ ਉਸ ਮਾਮਲੇ ਦੇ ਵਿੱਚ। ਹੁਣ ਜਿਹੜੀ ਲਗਾਤਾਰ ਪਿਛਲੇ ਕੁਝ ਚਿਰ ਤੋਂ ਬੰਬਾਰਮੈਂਟ ਹੋ ਰਹੀ ਹੈ ਗਾਜ਼ਾ ਪੱਟੀ ਦੇ ਉੱਤੇ ਜਿੱਥੇ ਫਲਸਤੀਨੀ ਰਹਿੰਦੇ ਨੇ, ਅਤੇ ਉਹ ਬੰਬਾਰਮੈਂਟ ਦੇ ਵਿੱਚ ਇੰਨੇ ਬੰਦੇ ਨਿਰਦੋਸ਼ ਮਾਰੇ ਜਾ ਰਹੇ ਨੇ ਜਾਂ ਉੱਜੜ ਰਹੇ ਨੇ। ਬਾਕੀ ਦੀਆਂ UNO 'ਚ ਪਿਛਲੇ ਦਿਨਾਂ 'ਚ ਇੱਕ ਮਤਾ ਆਇਆ ਜਿਹੜਾ ਮਨੁੱਖੀ ਅਧਿਕਾਰਾਂ ਦੇ ਸਵਾਲ ਦੀ ਮੇਨ ਗੱਲ ਹੈ ਜੀ। ਉਹ ਮਤਾ ਇਹ ਲਿਆਂਦਾ ਗਿਆ ਕਿ ਇੱਕ ਨਿਰਪੱਖ ਏਜੰਸੀ ਤੋਂ ਜਾਂਚ ਕਰਾਈ ਜਾਣੀ ਚਾਹੀਦੀ ਹੈ ਕਿ ਜਿਹੜੇ ਬੰਬਾਰਮੈਂਟ ਇਜ਼ਰਾਈਲ ਕਰ ਰਿਹਾ ਹੈ ਜਾਂ ਕੀਤੀ ਹੈ ਜਾਂ ਕਿਹਦੀ ਕਿੰਨਾ ਕਸੂਰ ਹੈ, ਉਹਨੂੰ ਕਸੂਰਵਾਰ ਠਹਿਰਾਇਆ ਜਾਣਾ ਚਾਹੀਦਾ। ਉੱਥੇ ਵੋਟਿੰਗ ਦੇ ਦੌਰਾਨ ਭਾਰਤ ਦੀ ਸਰਕਾਰ ਨੇ ਆਪਣਾ ਜਿਹੜਾ ਪਰਮਾਨੈਂਟ ਨੁਮਾਇੰਦਾ UNO ਦੇ ਵਿੱਚ ਹੈ ਉਹਨੂੰ ਕਹਿਤਾ ਤੁਸੀਂ ਗੈਰ ਹਾਜ਼ਰ ਰਹੋ। ਉਹ ਵੋਟਿੰਗ 'ਚੋਂ ਗੈਰ ਹਾਜ਼ਰ ਰਿਹਾ। ਹੁਣ ਪਿਛਲੇ ਦਿਨਾਂ ਚਿੱਠੀ ਲਿਖੀ ਹੈ ਜਿਹੜਾ ਫਲਸਤੀਨ ਦਾ ਜਿਹੜਾ ਵਿਦੇਸ਼ ਮਾਮਲਿਆਂ ਬਾਰੇ ਅਧਿਕਾਰੀ ਹੈ, ਅਤੇ ਉਹਨੇ ਇਹ ਚਿੱਠੀ ਲਿਖ ਕੇ ਭਾਰਤ ਸਰਕਾਰ ਨੂੰ ਕਿਹਾ ਕਿ ਤੁਸੀਂ ਬਹੁਤ ਲੰਮਾ ਜਿਹੜਾ ਇੱਕ ਭਾਰਤ ਸਰਕਾਰ ਦਾ ਸਟੈਂਡ ਸੀ ਦੁਨੀਆ ਪੱਧਰ 'ਤੇ, ਤੁਸੀਂ ਮਨੁੱਖੀ ਅਧਿਕਾਰਾਂ ਦੀ ਮਦਦ ਜਾਂ ਮਨੁੱਖੀ ਅਧਿਕਾਰਾਂ ਦੇ ਪੱਖ ਦੇ ਵਿੱਚ ਖੜ੍ਹਨ ਦਾ ਮੌਕਾ ਗਵਾ ਲਿਆ ਜੀ। ਤੁਸੀਂ ਕਿਸੇ ਕਾਰਨ ਕਰਕੇ ਉਹਦੇ ਤੋਂ ਪਿੱਛੇ ਜਿਹੜੇ ਰਹਿਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਜਿਹੜਾ ਜ਼ਾਲਮ ਹੈ ਜਾਂ ਗਲਤ ਗੱਲ ਹੈ, ਇਹ ਤਾਂ ਇੱਕ ਨੋਰਮਲ ਗੱਲ ਹੈ ਨਾ। ਤੁਸੀਂ ਕਹਿੰਦੇ ਹੋ ਨਿਰਪੱਖ ਜਾਂਚ ਹੋਵੇ, ਜਾਂਚ ਦੇ ਪੱਖ 'ਚ ਤਾਂ ਤੁਹਾਨੂੰ ਖੜ੍ਹਨਾ ਹੀ ਚਾਹੀਦਾ। ਤੁਸੀਂ ਨਾ ਉੱਧਰ ਲੈ ਰਹੇ ਹੋ ਨਾ ਸਟੈਂਡ ਉੱਧਰ ਲੈ ਰਹੇ ਹੋ। ਜਦੋਂ ਤੁਸੀਂ ਇਹਦੇ ਹਮਾਇਤ 'ਚ ਵੋਟ ਨਹੀਂ ਦਿੰਦੇ, ਤੁਸੀਂ ਦੂਜੇ ਪਾਸੇ ਚਲੇ ਜਾਂਦੇ ਹੋ, ਇਹਦਾ ਮਤਲਬ ਤੁਸੀਂ ਭਾਰੂ ਧੜੇ ਵੱਲ ਚਲੇ ਗਏ ਹੋ। ਤੁਹਾਡੀ ਸਪੋਰਟ ਚੁੱਪ ਖਾਮੋਸ਼ ਜਿਹੜੀ ਸਪੋਰਟ ਹੈ ਉੱਧਰ ਚਲੀ ਗਈ ਹੈ। ਇਸ ਨੂੰ ਦੁਨੀਆ ਪੱਧਰ 'ਤੇ ਵੀ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਵਿਚਾਰਵਾਨਾਂ ਨੇ ਕੇਂਦਰ ਸਰਕਾਰ ਦੇ ਬਦਲੀ ਵਿਦੇਸ਼ ਨੀਤੀ ਦੇ ਰੂਪ ਦੇ ਵਿੱਚ ਦੇਖਿਆ। ਤਾਂ ਉਹ ਬਦਲੀ ਵਿਦੇਸ਼ ਨੀਤੀ ਦੇ ਨਾਲ ਜਿਹੜਾ ਭਾਰਤ ਦਾ ਇੱਕ ਸਟੈਂਡ ਇਹ ਹੁੰਦਾ ਹੈ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਹੋ, ਉਹਦੇ ਨਾਲ ਖੜ੍ਹੇ ਹੋ, UNO 'ਤੇ ਸਿਗਨੇਟਰੀ ਹੋ, ਤਾਂ ਉਹਦੇ ਨਾਲ ਇਹਦੀ ਜਿਹੜੀ ਅਪਰੋਚ ਹੈ ਜਾਂ ਇਹਦਾ ਜਿਹੜਾ ਇੱਕ ਪੁਰਾਣਾ ਇੱਕ ਛਵੀ ਬਣੀ ਹੋਈ ਸੀ ਉਹ ਧੁੰਦਲੀ ਹੋਈ ਹੈ ਬਿਨਾਂ ਸ਼ੱਕ ਜੀ। ਹਮੀਰ ਸਿੰਘ ਜੀ, ਜੇਕਰ ਹੁਣ ਗੱਲ ਕਰੀਏ ਭਾਰਤ ਸਰਕਾਰ ਦੀ, ਤਾਂ ਉਸਨੇ ਵੀ ਜਿਹੜਾ ਹੈਗਾ ਕਈ ਜਿਹੜੇ ਹੈਗੇ ਆ ਬਜ਼ੁਰਗਾਂ 'ਤੇ ਜਾਂ ਵੱਖ-ਵੱਖ ਵਰਗ ਦੇ ਲੋਕਾਂ 'ਤੇ ਜੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਹੋਏ ਨੇ, ਅਤੇ ਇੱਕ ਪਾਦਰੀ ਲਈ ਤਾਂ ਵਿਦੇਸ਼ਾਂ ਤੱਕ ਤੋਂ ਜਿਹੜੀ ਹੈਗੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ, ਜਦ ਕਿ ਹੋਰ ਵੀ ਕਈ ਅਜਿਹੇ ਆਗੂ ਨੇ ਜਿਨ੍ਹਾਂ ਦੀ ਜ਼ਮਾਨਤਾਂ ਤੱਕ ਜਿਹੜੀ ਹੈ ਕਈ ਸਾਲਾਂ ਤੋਂ ਨਹੀਂ ਹੋ ਰਹੀਆਂ। ਇਸ ਨੂੰ ਕਿਵੇਂ ਦੇਖਦੇ ਤੁਸੀਂ? ਹਾਂ ਬਿਲਕੁਲ, ਜਿਹੜਾ ਇੱਕ ਬਜ਼ੁਰਗ ਨੇ ਪਾਦਰੀ ਸਟਨ ਸਵਾਮੀ, ਉਹ ਦੇਸ਼ ਧਰੋਹ ਦੇ ਮੁਕੱਦਮੇ ਦੇ ਵਿੱਚ ਮਾਓਵਾਦੀਆਂ ਨਾਲ ਸੰਬੰਧ ਦੇ ਮਾਮਲੇ ਦੇ ਵਿੱਚ ਹੈ ਨੇ। ਉਹ ਆਦਿਵਾਸੀਆਂ ਲਈ ਕੰਮ ਕਰਦੇ ਨੇ, ਬਜ਼ੁਰਗ ਹੋ ਗਏ ਨੇ, 80 ਸਾਲ ਤੋਂ ਉੱਪਰ ਹੈ, ਅਤੇ ਪਿੱਛੇ ਉਹਨਾਂ ਨੂੰ ਕਰੋਨਾ ਵੀ ਹੋਇਆ। ਔਰ ਇਹ ਵੀ ਕਿਹਾ ਉਹਨਾਂ ਨੇ ਲਾਸਟ ਸਗੋਂ ਇਹ ਕਿਹਾ ਸੀ ਮੈਨੂੰ ਆਪਣੇ ਲੋਕਾਂ 'ਚ ਹੀ ਛੱਡ ਦਿਓ, ਮੈਂ ਜਿਵੇਂ ਮਰਜ਼ੀ ਮਰਾਂ, ਮੈਂ ਹਸਪਤਾਲ ਨਹੀਂ ਜਾਣਾ। ਫਿਰ ਥੋੜ੍ਹਾ ਬਹੁਤ ਪ੍ਰੇਰਿਤ ਕੀਤਾ ਅਦਾਲਤ ਦੇ ਕਹਿਣ 'ਤੇ, ਉੱਥੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ। ਅਤੇ ਜਰਮਨ ਦਾ ਜਿਹੜਾ ਇੱਕ ਮਨੁੱਖੀ ਅਧਿਕਾਰਾਂ ਦਾ
ਵਿੰਗ ਹੈ ਤੇ ਜਰਮਨ ਸਰਕਾਰ ਦੇ ਉਹ ਬੀਬੀ ਇੱਕ ਉਹਦੀ ਮੈਂਬਰ ਹੈ, ਉਹਨੇ ਅਪੀਲ ਕੀਤੀ ਹੈ ਭਾਰਤ ਸਰਕਾਰ ਨੂੰ ਉਸ ਟਨ ਸਵਾਮੀ ਲਈ ਕਿ ਤੁਸੀਂ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖਦੇ ਹੋਏ ਉਹਨੂੰ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ ਇੱਕ ਖਾਸ ਉਮਰ ਤੋਂ ਬਾਅਦ ਉਹ ਦੇਸ਼ ਧਰੋਹੀ ਦਾ ਕੀ ਕਰੂਗਾ, ਕਿਸ ਤਰੀਕੇ ਦਾ ਕਰੂਗਾ, ਕਿਸ ਤਰੀਕੇ ਨਾਲ ਵਿਗਾੜ ਸਕਦਾ ਚੀਜ਼ਾਂ, ਇਹ ਇੱਕ ਜਨਰਲ ਗੱਲ ਵੀ ਹੈ। ਔਰ ਇੱਕ ਇਹ ਗੱਲ ਵੀ ਹੈ ਤੇ ਇਹ ਕਿਉਂ ਦੇਸ਼ਾਂ ਦਾ ਦਖਲ ਸਾਡੇ ਹੁੰਦਾ ਹੈ ਕਿਉਂਕਿ ਜਦੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਅਸਲ ਦੇ ਵਿੱਚ ਜਦੋਂ ਇੰਨਾ ਕਤਲੇਆਮ ਹੁੰਦਾ ਹੈ, ਬਾਕੀ ਚੀਜ਼ਾਂ ਨੇ ਕਈ ਤਬਦੀਲੀਆਂ ਆਈਆਂ ਮਨੁੱਖੀ ਅਧਿਕਾਰ ਦੇ ਮਾਮਲੇ। ਯੂਰਪ ਦੇ ਬਹੁਤੇ ਕੰਟਰੀਜ਼ ਦੇ ਵਿੱਚ ਫਾਂਸੀ ਦੀ ਸਜ਼ਾ ਖਤਮ ਹੋਈ। ਉਹ ਇਸ ਕਰਕੇ ਸਜ਼ਾ ਖਤਮ ਹੋਈ ਕਿ ਕਿਸੇ ਨੂੰ ਵੀ ਬੰਦੇ ਨੂੰ ਕਤਲ ਕਰਨ ਦਾ ਹੱਕ ਕਿਸੇ ਨੇ ਨਹੀਂ ਦਿੱਤਾ। ਜੇ ਤੁਸੀਂ ਜਨਮ ਦੇਣ ਦਾ ਹੱਕ ਨਹੀਂ ਹੈ ਤਾਂ ਤੁਸੀਂ ਕਤਲ ਵੀ ਨਹੀਂ ਕਰ ਸਕਦੇ। ਜੇ ਉਹ ਕੁਦਰਤ ਦਾ ਹੱਕ ਹੈ ਤਾਂ ਦੂਜਾ ਵੀ ਕੁਦਰਤੀ ਤੌਰ 'ਤੇ ਮਰਨ ਦਾ ਉਹਨੂੰ ਹੱਕ ਹੋਣਾ ਜਿਹੜਾ ਮਿਲਣਾ ਚਾਹੀਦਾ। ਇਸੇ ਕਰਕੇ ਫਾਂਸੀ ਦੀ ਸਜ਼ਾ ਖਤਮ ਹੋ ਗਈ। ਫਾਂਸੀ ਦੀ ਸਜ਼ਾ ਦੇ ਵਿੱਚ ਵੀ ਭਾਰਤ, ਅਮਰੀਕਾ ਵਰਗੇ ਕਈ ਕੰਟਰੀ ਅਜੇ ਅੜੇ ਹੋਏ ਨੇ, ਸਾਡੇ ਤਾਂ ਰਹੂਗੀ। ਹਾਲਾਂਕਿ ਸਾਡੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਫਾਂਸੀ ਦੀ ਸਜ਼ਾ ਕਿਸੇ ਨੂੰ ਨਹੀਂ ਹੋਈ, 40 ਸਾਲ ਦੇ ਰਾਜ 'ਚ ਖਤਮ ਸੀ ਪਹਿਲੇ ਵਿਰਸੇ ਦੇ ਤੌਰ 'ਤੇ। ਮਹਾਤਮਾ ਗਾਂਧੀ ਵੀ ਇੱਥੇ ਕਹਿੰਦੇ ਰਹੇ ਫਾਂਸੀ ਦੀ ਸਜ਼ਾ ਨਹੀਂ ਹੋਣੀ ਚਾਹੀਦੀ। ਇਹ ਗਾਂਧੀ ਦੇ ਉਪਾਸਕ ਤਾਂ ਕਹਾਉਂਦੇ ਨੇ ਪਰ ਪ੍ਰੈਕਟੀਕਲੀ ਨਹੀਂ ਉਸ ਪਾਸੇ ਵੱਲ ਚੱਲ ਰਹੇ। ਇਸੇ ਕਰਕੇ ਉਹ ਖੁੰਦਕਬਾਜੀ ਦੇ ਵਿੱਚ ਤੁਹਾਡੇ ਵਿਚਾਰਾਂ ਤੋਂ ਵਖਰੇਵਾਂ ਰੱਖਣ ਵਾਲੇ ਬੰਦਿਆਂ ਨੂੰ ਤੁਸੀਂ ਚੱਕ ਕੇ ਇਹੋ ਜਿਹੇ ਕੇਸਾਂ 'ਚ ਜਦੋਂ ਫਸਾਉਂਦੇ ਹੋ, ਜਿਹੜੇ ਕੇਸ ਸੰਵਿਧਾਨ ਦੀ ਭਾਵਨਾ ਦੇ ਵੀ ਉਲਟ ਨੇ, ਜਿਹੜੇ ਕੇਸ ਯੂਐਨਓ ਦੇ ਮਨੁੱਖੀ ਅਧਿਕਾਰਾਂ ਦੇ ਚਾਰਟਰ ਦੇ ਵੀ ਖਿਲਾਫ ਨੇ, ਤਾਂ ਤੁਸੀਂ ਮਨੁੱਖੀ ਅਧਿਕਾਰਾਂ ਦੇ ਖਿਲਾਫ ਖੜੇ ਨਜ਼ਰ ਆਉਂਦੇ ਹੋ। ਤਾਂ ਦੁਨੀਆ ਤੁਹਾਨੂੰ ਅਪੀਲਾਂ ਕਰਦੀ ਹੈ ਕਿ ਤੁਸੀਂ ਦੁਨੀਆ ਦੀ ਸਭ ਤੋਂ ਬੜੀ ਜਮਹੂਰੀਅਤ ਹੋ, ਆਪਣੇ ਆਪ ਨੂੰ ਕਹਾਉਂਦੇ ਹੋ ਕਿ ਅਸੀਂ ਵੱਡਾ ਲੋਕਤੰਤਰ ਹਾਂ। ਤਾਂ ਲੋਕਤੰਤਰ ਤਾਂ ਵੱਡਾ ਹੋਏਗਾ ਜੇ ਉੱਥੇ ਮਨੁੱਖੀ ਅਧਿਕਾਰਾਂ ਦੀ ਕਦਰ ਹੋਏਗੀ, ਲੋਕਾਂ ਦੀ ਕਦਰ ਹੋਏਗੀ। ਇਸ ਕਰਕੇ ਇਹ ਜਿਹੜਾ ਉਸ ਲੈਵਲ ਦੇ ਉੱਤੇ ਆਇਆ। ਅਤੇ ਦੂਜਾ ਇੱਕ ਕੇਸ ਹੋਰ ਸੁਪਰੀਮ ਕੋਰਟ ਨੇ ਜਿਹੜਾ ਅੱਜ ਜੱਜਮੈਂਟ ਦਿੱਤੀ ਹੈ, ਉਹ ਜੱਜਮੈਂਟ ਹੈਗੀ ਹੈ ਜਿਹੜੇ ਇੱਕ ਬੜੇ ਸੀਨੀਅਰ ਪੱਤਰਕਾਰ, ਪਹਿਲਾਂ NDTV ਦੇ ਵਿੱਚ ਵੀ ਰਹੇ, ਅੱਜ ਕੱਲ੍ਹ ਉਹ ਆਪਣੇ ਤਰੀਕੇ ਨਾਲ ਕੰਮ ਕਰਦੇ ਨੇ YouTube ਜਾਂ ਸੋਸ਼ਲ ਮੀਡੀਆ ਦੇ ਉੱਤੇ। ਵਿਨੋਦ ਦੁਆ, ਬਿਲਕੁਲ ਵਿਨੋਦ ਦੁਆ ਦੇ BJP ਦੇ ਇੱਕ ਬੰਦੇ ਨੇ ਹਿਮਾਚਲ 'ਚ ਆ ਕੇ ਕੇਸ ਕਰਤਾ ਦੇਸ਼ ਧਰੋਹ ਦਾ, ਕਿਉਂਕਿ ਵਿਨੋਦ ਦੁਆ ਜਾਣੇ ਜਾਂਦੇ ਨੇ ਪੋਲੀਟੀਕਲ ਰਿਪੋਰਟਿੰਗ ਵਾਸਤੇ ਅਤੇ ਨਰਿੰਦਰ ਮੋਦੀ ਦੇ ਪੱਕੇ ਆਲੋਚਕ ਦੇ ਤੌਰ 'ਤੇ, ਉਹਦੀਆਂ ਪਾਲਿਸੀਆਂ ਦੇ, ਮਤਲਬ ਪਰਸਨਲੀ ਤਾਂ ਕੀ ਕਿਸੇ ਦੇ ਖਿਲਾਫ ਹੋਣਾ, ਜਿਹੜੀਆਂ ਉਹਦੀਆਂ ਨੀਤੀਆਂ ਨੇ, ਉਹਦੇ ਨੀਤੀਗਤ ਆਲੋਚਨਾ ਨੂੰ ਹੀ ਤੁਸੀਂ ਇਸ ਪਾਸੇ ਵੱਲ ਕਰਤਾ। ਤਾਂ ਪਹਿਲੀ ਵਾਰ ਇੱਕ ਸੁਪਰੀਮ ਕੋਰਟ ਦੀ ਠੀਕ ਜੱਜਮੈਂਟ ਲੱਗਦੀ ਆਈ ਹੈ ਕਿ ਪੱਤਰਕਾਰਾਂ ਨੂੰ 1962 ਦੀ ਹੀ ਇੱਕ ਜੱਜਮੈਂਟ ਜਿਹੜੀ ਸੁਪਰੀਮ ਕੋਰਟ ਦੀ ਹੈ ਉਹੀ ਕੋਟ ਕਰਕੇ ਉਹਨੇ ਕਿਹਾ ਕਿ ਇਹ ਵਿਸ਼ੇਸ਼ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਗੱਲ ਮਤਲਬ ਪੂਰੇ ਆਜ਼ਾਦਾਨਾ ਰੂਪ ਦੇ ਵਿੱਚ ਬਾਦਲੀਲ ਕਹਿ ਸਕਣ। ਇਸ ਕਰਕੇ ਇਹਦਾ ਕੋਈ ਮਤਲਬ ਨਹੀਂ ਹੈ। ਅਕਤੂਬਰ ਤੋਂ ਲੈ ਕੇ ਰਿਜ਼ਰਵ ਰੱਖੀ ਹੋਈ ਸੀ ਇਹ, ਪਿਛਲੇ ਸਾਲ ਦੇ ਅਕਤੂਬਰ ਮਹੀਨੇ ਤੋਂ ਲੈ ਕੇ ਜੱਜਮੈਂਟ। ਅੱਜ ਦੀ ਜੱਜਮੈਂਟ ਇੱਕ ਗੱਲ ਅੱਗੇ ਪਾਉਂਦੀ ਹੈ ਜ਼ਰੂਰ ਕਿ ਘੱਟੋ ਘੱਟ ਸੁਪਰੀਮ ਕੋਰਟ ਇਸ ਪਾਸੇ ਖੜ੍ਹ ਗਈ ਹੈ ਕਿ ਤੁਸੀਂ ਹਰ ਜਣੀ ਖੜੀ ਗੱਲ 'ਤੇ ਕਿਸੇ ਨੂੰ ਦੇਸ਼ ਧਰੋਹੀ ਨਹੀਂ ਗਰਦਾਨ ਸਕਦੇ। ਉੱਤੇ ਅਮਲ ਕਿਵੇਂ ਕਰਦੀ ਹੈ ਗੌਰਮੈਂਟ, ਇਹ ਉਦੋਂ ਬਾਅਦ ਦਾ ਸਵਾਲ ਹੈ। ਅਤੇ ਦੂਜੀ ਗੱਲ ਇਹ ਵੀ ਹੈ ਕਿ ਇਸੇ ਦੇ ਮਾਮਲੇ ਦੇ ਵਿੱਚ ਪਹਿਲਾਂ ਇੱਕ ਸੁਪਰੀਮ ਕੋਰਟ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਜਿਹੜਾ ਉਹ 2 ਟੈਲੀਵਿਜ਼ਨ ਚੈਨਲਾਂ ਦੇ ਮਾਮਲੇ ਦੇ ਵਿੱਚ ਆਏ ਆ ਕਿ ਹੁਣ ਦੇਸ਼ ਧਰੋਹੀ ਦੇ ਮਾਮਲੇ ਦੇ ਵਿੱਚ ਉਹਦੀਆਂ ਹੱਦਾਂ ਤੈਅ ਕਰਨ ਦਾ ਸਮਾਂ ਆ ਗਿਆ। ਉਹਦੇ 'ਤੇ ਕੀ ਫੈਸਲਾ ਹੁੰਦਾ ਅਗਲੇ ਦਿਨਾਂ 'ਚ, ਉਹ ਵੀ ਉਹਦੇ 'ਤੇ ਵੀ ਸ਼ਾਇਦ ਇਸ ਜੱਜਮੈਂਟ ਦਾ ਕੋਈ ਅਸਰ ਪਏਗਾ। ਉਹਦੇ ਤੋਂ ਇੱਕ ਛੋਟੀ ਜਿਹੀ ਜਿਹੜੀ ਰੋਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ, ਵਰਨਾ ਸਾਡਾ ਐਟੀਟਿਊਡ ਜਿਹੜਾ ਹੈ ਉਹ ਨਹੀਂ ਉਸ ਪਾਸੇ ਵੱਲ ਹਜੇ ਗਿਆ। ਹਮੀਰ ਸਿੰਘ ਜੀ, ਸਾਕਾ ਨੀਲਾ ਤਾਰੇ ਨੂੰ ਜਿਹੜਾ ਹੈਗਾ 37 ਸਾਲ ਦਾ ਸਮਾਂ ਬੀਤ ਚੁੱਕਿਆ, ਪਰ ਹਲੇ ਵੀ ਜਿਹੜਾ ਹੈਗਾ ਲੋਕਾਂ ਦੇ ਜਿਹੜੇ ਜ਼ਖਮ ਨੇ ਹਲੇ ਤੱਕ ਉਵੇਂ ਦੇ ਉਵੇਂ ਪਏ ਨੇ, ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾ ਰਿਹਾ। ਜਿਵੇਂ ਜੂਨ ਦਾ ਮਹੀਨਾ ਚੜ੍ਹਦਾ ਹੈ, ਲੋਕਾਂ ਦੇ ਪੁਰਾਣੇ ਜਿਹੜੇ ਜ਼ਖਮ ਹੈ ਮੁੜ ਜਿਹੜੇ ਹੈਗੇ ਲੋਕਾਂ ਦੇ ਸਾਹਮਣੇ ਆ ਜਾਂਦੇ ਨੇ। ਅਸੀਂ ਜਾਣਨਾ ਚਾਹਾਂਗੇ ਉਦੋਂ ਵੀ ਜਿਹੜਾ ਸੀ ਮਨੁੱਖੀ ਅਧਿਕਾਰਾਂ ਦੇ ਲੈ ਕੇ ਵੱਡੇ ਵੱਡੇ ਸਵਾਲ ਜਿਹੜੇ ਸੀ ਖੜ੍ਹੇ ਹੋਏ ਸੀ ਅਤੇ ਉਹ ਅੱਜ ਵੀ ਉਵੇਂ ਦੇ ਬਰਕਰਾਰ ਨੇ, ਵੀ ਕਿ ਉਹ ਪੂਰਾ ਮਾਮਲਾ ਕੀ ਸੀਗਾ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂ ਬਿਲਕੁਲ, ਜਿਹੜੇ ਦੇਸ਼ ਦੇ ਇਤਿਹਾਸ ਦੇ ਵਿੱਚ ਕਈ ਘਟਨਾਵਾਂ ਵਾਪਰਦੀਆਂ ਹੁੰਦੀਆਂ ਨੇ, ਜਿਹੜੀਆਂ ਘਟਨਾਵਾਂ ਕਈ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਨਾ ਭੁੱਲਣਯੋਗ ਬਣ ਜਾਂਦੀਆਂ, ਜਿਹੜੇ ਬਹੁਤ ਵੱਡੇ ਸਦਮੇ ਦਿੰਦੀਆਂ ਨੇ, ਜਿਨ੍ਹਾਂ ਤੋਂ ਬਚਿਆ ਜਾ ਸਕਦਾ ਹੈ ਮਤਲਬ। ਔਰ ਇਹੀ ਬਲੂ ਸਟਾਰ ਆਪਰੇਸ਼ਨ ਹੈ, ਦਰਬਾਰ ਸਾਹਿਬ ਦੇ ਹਮਲੇ ਦੀ ਸਵਾਲ ਹੈ 3 ਤੋਂ 6 ਜੂਨ ਤੱਕ। ਔਰ ਇਸੇ ਤਰ੍ਹਾਂ 2002 ਦਾ ਜਿਹੜਾ ਗੋਧਰਾ ਦੇ ਦੰਗੇ ਨੇ, 84 ਦੇ ਵਿੱਚ ਸਿੱਖ ਕਤਲੇਆਮ ਦਾ ਮਾਮਲਾ ਹੈ। ਇਸੇ ਤਰ੍ਹਾਂ 6 ਦਸੰਬਰ 1992 ਦੀ ਬਾਬਰੀ ਮਸਜਿਦ ਗਰਾਊਂਡ ਦਾ ਮਾਮਲਾ ਹੈ। ਇਹ ਇੱਕ ਸਾਈਕੀ ਨੂੰ ਰਿਪਰਜੈਂਟ ਕਰਦਾ ਹੈ, ਇੱਕ ਮਾਨਸਿਕਤਾ ਨੂੰ ਰਿਪਰਜੈਂਟ ਕਰਦਾ। ਜਿਹੜਾ ਸਾਡਾ ਮੈਜੋਰਿਟੇਰੀਅਨ ਬਹੁਗਿਣਤੀਵਾਦ ਦੀ ਜਿਹੜੀ ਸਿਆਸੀ ਪਾਰਟੀਆਂ ਸਾਡੀਆਂ ਕਰਦੀਆਂ ਨੇ ਵੋਟ ਦੇ ਐਂਗਲ ਤੋਂ, ਅਤੇ ਉਹ ਅਜੇ ਤੱਕ ਵੀ ਸਾਡੇ ਜਿਹੜੀਆਂ ਘੱਟ ਗਿਣਤੀਆਂ ਨੇ ਜਾਂ ਘੱਟ ਗਿਣਤੀਆਂ ਦਾ ਜਿਹੜਾ ਇੱਕ ਮਾਮਲਾ ਹੈ, ਉਹਨਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਕੇ, ਉਹਨਾਂ ਨੂੰ ਪੂਰੀ ਤਰ੍ਹਾਂ ਇਹ ਦਰਸਾ ਕੇ ਕਿ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ, ਤੁਸੀਂ ਬਰਾਬਰ ਦੇ ਸ਼ਹਿਰੀ ਹੋ, ਕੋਈ ਇਹੋ ਜਿਹਾ ਮਾਮਲਾ ਨਹੀਂ ਹੈ, ਇਹ ਜਚਾਉਣ 'ਚ ਨਾਕਾਮਯਾਬ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸੇ ਕਰਕੇ ਇਹਦੇ 'ਤੇ ਡਿਬੇਟ ਚੱਲ ਰਹੀ ਹੈ ਕਿ ਕੋਈ ਆਪ ਮੁਹਾਰੇ ਨਹੀਂ ਹੋਇਆ, ਔਰ ਲੋਕ ਇਹ ਡਿਬੇਟ ਲਗਾਤਾਰ ਕਰਦੇ ਆ ਰਹੇ ਨੇ।
ਕਿ ਜਦੋਂ ਅਕਾਲੀ ਦਲ ਦਾ 1982 ਦੇ ਵਿੱਚ ਮੋਰਚਾ ਲੱਗਿਆ ਸੀ, ਜੀ ਜਿਹੜਾ ਪਾਣੀਆਂ ਤੇ ਲੱਗਿਆ ਸੀ 8 ਅਪ੍ਰੈਲ 1982 ਨੂੰ, SYL ਦਾ ਟੱਕ ਇੰਦਰਾ ਗਾਂਧੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਲਾਉਣ ਆਈ ਸੀ। ਜੀ ਉਦੋਂ ਤੋਂ ਜਿਹੜਾ ਮੋਰਚਾ ਲੱਗਿਆ ਸੀ ਉਹ ਧਰਮ ਯੁੱਧ ਮੋਰਚੇ 'ਚ ਬਦਲ ਗਿਆ ਸੀ। ਉਹਦੇ 'ਚ ਹੀ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹਦੇ ਵਿੱਚ ਹੀ ਬਾਕੀ ਚੀਜ਼ਾਂ ਸੀ। ਹਾਲਾਂਕਿ ਅੱਜ ਸਾਰੇ ਲੋਕ ਕਹਿੰਦੇ ਨੇ ਵੀ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਰਾਜਾਂ ਦੇ ਵੱਧ ਅਧਿਕਾਰਾਂ ਦਾ ਮਤਾ ਸੀ, ਜੀ ਉਹ ਕਿਸੇ ਇੱਕ ਧਰਮ ਦਾ ਕੁਐਸਚਨ ਨਹੀਂ ਹੈ ਜਾਂ ਬਾਕੀ ਦਾ ਸਵਾਲ ਨਹੀਂ ਹੈ। ਔਰ ਉਸੇ ਤਰੀਕੇ ਦੇ ਨਾਲ ਉਹਨੂੰ ਵੱਖਵਾਦੀ ਕਹਿ ਕੇ, ਅੱਤਵਾਦੀ ਕਹਿ ਕੇ ਇੱਕ ਪੇਸ਼ਕਾਰੀ ਜਿਹੜੀ ਹੋਈ ਜੀ ਪੀਸਫੁਲ ਅੰਦੋਲਨ ਨੂੰ, ਉਦੋਂ ਤੱਕ ਉਹ ਪੀਸਫੁਲ ਅੰਦੋਲਨ ਸੀ ਅਕਾਲੀ ਦਲ ਦਾ। ਜੀ। ਔਰ ਕਿਹਾ ਇਹ ਜਾ ਰਿਹਾ ਕਿ ਸਾਡੇ ਹੀ ਪੋਲੀਟੀਸ਼ੀਅਨਾਂ ਨੇ, ਜਦੋਂ ਤੁਸੀਂ ਸ਼ਾਂਤਮਈ ਤਰੀਕੇ ਦੇ ਵੱਡੇ ਲੋਕਾਂ ਦੀ ਸ਼ਮੂਲੀਅਤ ਵਾਲੇ ਅੰਦੋਲਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਤੇ ਦੂਜੇ ਪਾਸੇ ਜਿਹੜੇ ਹਥਿਆਰਬੰਦ ਕੁਝ ਇੱਕ ਗਰੁੱਪ ਹੁੰਦੇ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋ, ਤਾਂ ਲਾਜ਼ਮੀ ਹੈ ਕਿ ਲੋਕਾਂ ਦਾ ਖਾਸ ਤੌਰ ਤੇ ਨੌਜਵਾਨਾਂ ਦਾ ਝੁਕਾਅ ਉਧਰ ਹੋਣਾ ਸੁਭਾਵਕ ਹੈ। ਬਿਲਕੁਲ। ਔਰ ਇਹਦੇ ਤੇ ਕਿਤਾਬਾਂ ਵੀ ਲਿਖੀਆਂ ਗਈਆਂ ਨੇ। ਇਹਦੇ ਤੇ ਗਿਆਨੀ ਜੈਲ ਸਿੰਘ ਦਾ, ਦਰਬਾਰਾ ਸਿੰਘ ਦੀ ਆਪਸੀ ਟਸਲ ਦੇ ਸਵਾਲ ਨੇ, ਜਾਂ ਗਵਰਨਮੈਂਟ ਆਫ ਇੰਡੀਆ ਦੀ ਆਪਣੀ ਪਾਲਿਸੀ ਦਾ ਸਵਾਲ ਹੈ। ਇਹ ਸਵਾਲਾਂ ਦੇ ਇਹ ਲਗਾਤਾਰ ਉਸ ਰੂਪ ਦੇ ਵਿੱਚ ਆਉਂਦੇ ਰਹੇ ਨੇ ਕਿਸੇ ਨਾ ਕਿਸੇ ਰੂਪ 'ਚ, ਤੇ ਫਿਰ ਉਹ ਉੱਥੇ ਚਲਾ ਜਾਂਦਾ ਹੈ। ਔਰ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਜੀ ਕੀ ਐਸੇ ਟਾਈਪ ਦੀ ਜ਼ਰੂਰੀ ਸੀ, ਜਾਂ ਉੱਥੇ ਪਹਿਲਾਂ ਤੋਂ ਹੀ ਹਥਿਆਰ ਕਿਉਂ ਜਾਣ ਦਿੱਤੇ? ਫਿਰ ਜੇਕਰ ਗਵਰਨਮੈਂਟ ਲੱਗਦੀ ਸੀ ਤਾਂ ਉਦੋਂ ਕੀ ਕਰਦੀ ਸੀ ਗਵਰਨਮੈਂਟ, ਤੇ ਉਸ ਤੱਕ ਕਿਉਂ ਪਹੁੰਚਾਇਆ ਗਿਆ ਕਿ ਤੁਸੀਂ ਉੱਥੇ ਜਾ ਕੇ ਹਮਲਾ ਹੀ ਕਰਨਾ ਜ਼ਰੂਰੀ ਹੈ? ਉਹ ਹੋਰ ਕੋਈ ਤਰੀਕੇ ਕੀ ਨਹੀਂ ਸੀ ਹੋ ਸਕਦੇ ਜਿਹਦੇ ਤਹਿਤ ਬੰਦਿਆਂ ਨੂੰ ਬਾਹਰ ਕੱਢਿਆ ਜਾ ਸਕਦਾ ਸੀ? ਇਹ ਸਵਾਲ ਨੇ ਆਪਣੇ ਆਪ 'ਚ। ਇਹਨਾਂ ਸਵਾਲਾਂ ਦਾ ਜਵਾਬ ਅਜੇ ਤੱਕ ਉਸ ਲੈਵਲ ਤੇ ਨਹੀਂ ਦਿੱਤਾ ਗਿਆ। ਇਹ ਭਾਵਨਾ ਸੀ ਬਹੁਤ। ਕਿੰਨੇ ਉਦੋਂ ਈਵਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਉਦੋਂ MP ਸੀ, ਇਹਨੇ ਵੀ ਅਸਤੀਫਾ ਦਿੱਤਾ। ਕਿੰਨੇ ਹੀ IAS IPS ਤੇ ਫੋਰਨ ਸਰਵਿਸਿਜ਼ ਦੇ ਵੱਡੇ ਅਹੁਦਿਆਂ ਵਾਲੇ ਬੰਦਿਆਂ ਨੇ ਅਸਤੀਫਾ ਦਿੱਤਾ, ਕਿਉਂਕਿ ਉਹ ਇੱਕ ਭਾਵਨਾ ਦਾ ਇੱਕ ਐਂਗਲ ਸੀ ਜਿਹੜਾ ਲੋਕਾਂ ਦੇ ਅੰਦਰ ਜਜ਼ਬਾਤ ਜੁੜੇ ਹੁੰਦੇ ਨੇ ਉਸ ਪੱਧਰ ਦੇ ਉੱਤੇ। ਔਰ ਉਹਨੂੰ ਵੀ ਸਾਡੀ ਸਿਆਸਤ ਦੇ ਵਿੱਚ ਅਜੇ ਨਹੀਂ ਆਇਆ, ਪਰ ਉਹਦਾ ਲਾਹਾ ਲੈ ਕੇ ਉਦੋਂ ਬਾਅਦ ਜੀ ਸਾਰੀਆਂ ਚੀਜ਼ਾਂ ਦਾ, ਤੇ 83 ਵੀ ਵਾਪਰ ਗਈ ਉਦੋਂ ਬਾਅਦ ਇੱਥੇ ਆ ਕੇ ਜਿਹੜੀ ਨਵੰਬਰ, ਤੇ ਇੰਦਰਾ ਗਾਂਧੀ ਦਾ ਕਤਲ ਵੀ ਹੁੰਦਾ ਹੈ, ਤੇ ਉਸ ਤੋਂ ਬਾਅਦ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਵੋਟਾਂ ਮਿਲਦੀਆਂ ਨੇ। ਨਹਿਰੂ ਨੂੰ ਵੀ ਉਹ ਇਨਵੋਲਵਮੈਂਟ ਨਹੀਂ ਮਿਲਦੀ, ਜਿਵੇਂ ਰਾਮ ਮਨਿੰਦਰ ਦੇ ਨਾਂ ਤੇ ਬਾਕੀ ਤੇ BJP ਲਈ ਜਾਂਦੀ ਹੈ, ਉਦੋਂ ਕਾਂਗਰਸ ਨੇ ਵੀ ਉਸ ਐਂਗਲ ਤੋਂ ਵੋਟ ਲਈ। ਪਰ ਦੇਸ਼ਾਂ ਦੇ ਫਾਇਦੇ 'ਚ ਇਹ ਗੱਲ ਹੁੰਦੀ ਹੈ ਕਿ ਤੁਸੀਂ ਉਹਨੂੰ ਕਿਉਂ ਟੋ, ਜਿਹੜੀ ਵੀ ਗੱਲ ਖਿਲਾਫ ਹੋ ਗਈ ਹੈ ਉਹਦੀ ਕਲੋਜ਼ਰ ਕਰੋ, ਮਤਲਬ ਉਹਨੂੰ ਜਚਾ ਕੇ ਨੁਮਾਇੰਦਿਆਂ ਨਾਲ ਬੈਠ ਕੇ ਵੱਖ-ਵੱਖ ਜਿਹੜੇ ਆਹਤ ਲੋਕ ਨੇ ਉਹਨਾਂ ਨੂੰ ਬੁਲਾ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦਾ ਕਲੋਜ਼ਰ ਹੋਣਾ ਚਾਹੀਦਾ ਹੈ। ਕਲੋਜ਼ਰ ਹੋ ਜਾਂਦਾ ਜਿਹੜੀਆਂ ਗਲਤੀਆਂ ਪ੍ਰਵਾਨ ਕਰਕੇ ਹੋ ਜਾਂਦਾ, ਜੇ ਕਿਸੇ ਧਿਰ ਤੋਂ ਗਲਤੀ ਹੋਈ ਹੈ ਕਿ ਸਾਡੇ ਤੋਂ ਗਲਤੀ ਹੋਈ ਹੈ, ਜਾਂ ਜਿਹੜੇ ਕੁਝ ਬੰਦਿਆਂ ਨੇ ਸਰਕਾਰ ਤੋਂ ਬਾਗੀ ਹੋ ਕੇ ਬਿਨਾਂ ਮਤਲਬ ਕੰਮ ਗਲਤ ਕੀਤਾ ਹੋਵੇ ਸਰਕਾਰੀ ਧਿਰ ਵੱਲੋਂ, ਤਾਂ ਉਹਨਾਂ ਨੂੰ ਕੋਈ ਸਜ਼ਾ ਦੇ ਕੇ ਹੋ ਜਾਂਦੀ ਹੈ, ਬੰਦਿਆਂ ਦਾ ਰੋਸਾ ਗਾਇਬ ਹੋ ਜਾਂਦਾ ਜਿਵੇਂ। ਪਰ ਸਾਡੇ ਸਮਾਜ 'ਚ ਅਸਲ 'ਚ ਗੱਲ ਇਹ ਖਤਰਨਾਕ ਹੈ ਸਭ ਤੋਂ, ਅਸੀਂ ਕਲੋਜ਼ਰ ਨਹੀਂ ਕੀਤਾ ਕਿਸੇ ਵੀ ਗੱਲ ਦਾ ਬੈਠ ਕੇ ਉੱਤੇ। ਔਰ ਸਮਾਜ ਦੇ ਵਿੱਚ ਇਹਨਾਂ ਗੱਲ 'ਤੇ ਗੱਲਾਂ ਹੋਣੀਆਂ ਚਾਹੀਦੀਆਂ ਨੇ, ਕੇਵਲ ਵੰਡ ਪਾਊ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਗਲਤੀਆਂ ਦੀ ਨਿਸ਼ਾਨਦੇਹੀ ਹੋ ਕੇ ਉਹਨੂੰ ਕਿਸੇ ਨਾ ਕਿਸੇ ਰੂਪ 'ਚ ਹਿਸਟੋਰੀਕਲੀ ਠੀਕ ਇੱਕ ਦਸਤਾਵੇਜ਼ੀਕਰਨ ਜਿਹੜਾ ਕਰਨ ਦੀ ਲੋੜ ਹੈ, ਤਾਂ ਕਿ ਇਹ ਹਮੇਸ਼ਾ ਹੀ ਨਸੂਬ ਦੀ ਤਰ੍ਹਾਂ ਨਾ ਖੜਾ ਰਹੇ। ਇਹ ਇੱਕ ਘਟਨਾ ਇਤਿਹਾਸ 'ਚ ਦਰਜ ਦੇ ਤੌਰ ਤੇ ਰਹੇਗੀ, ਪਰ ਅੱਗੇ ਨੂੰ ਲੋਕ ਮਿਲ ਕੇ ਜਿਹੜਾ ਉਸ ਲੈਵਲ 'ਤੇ ਚੱਲਣਾ ਸ਼ੁਰੂ ਕਰ ਸਕਣ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਹਦੇ ਤੋਂ ਇਹ ਪਤਾ ਵੀ ਲੱਗੇ ਕਿ ਦੇਸ਼ ਦੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ, ਬਹੁ ਗਿਣਤੀ ਉਹਨਾਂ ਦੀ ਜਿਹੜੀ ਹੈ ਵੱਡੇ ਪੱਧਰ 'ਤੇ ਮੇਨ, ਉਹ ਇੱਕ ਪਾਸੇ ਖੜੀਆਂ ਨਾ ਦਿਖਾਈ ਦੇਣ। ਉਹ ਲੋਕਾਂ ਦੇ ਸਰੋਕਾਰਾਂ ਨਾਲ ਭਾਰਤ ਵਰਗੇ ਵੰਨ-ਸੁਵੰਨੇ ਦੇਸ਼ ਦੇ ਵਿੱਚ ਜਿੱਥੇ ਬਹੁਤ ਬੋਲੀਆਂ ਨੇ, ਬਹੁਤ ਧਰਮ ਨੇ, ਬਹੁਤ ਖੇਤਰ ਨੇ, ਉੱਥੇ ਬਹੁਤ ਜ਼ਰੂਰਤ ਹੈ ਸੰਵੇਦਨਸ਼ੀਲਤਾ ਦੀ ਤੇ ਸਭ ਦੇ ਹਿੱਤਾਂ ਦਾ ਧਿਆਨ ਰੱਖਣ ਦੀ, ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੇ ਖਾਸ ਤੌਰ ਤੇ ਜਜ਼ਬਾਤ ਜਿਹੜਾ ਇਹ ਮਨੁੱਖੀ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ ਜੀ। ਕਿਸੇ ਧਰਮ ਨੂੰ ਮੰਨਣਾ, ਉਹਦੀ ਪੂਜਾ ਕਰਨਾ, ਉਹਦੀ ਪ੍ਰਚਾਰ ਪ੍ਰਸਾਰ ਕਰਨਾ, ਹਰ ਇੱਕ ਦਾ ਇਹ ਸੰਵਿਧਾਨ ਹੱਕ ਦਿੰਦਾ। ਤੇ ਜਦੋਂ ਵੀ ਕੋਈ ਗੈਰ ਸੰਵਿਧਾਨਕ ਕਾਰਵਾਈ ਹੋਏਗੀ ਤਾਂ ਉਹਦੇ 'ਚ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਨੇ ਉਹ ਸਮੁੱਚੇ ਸਮਾਜ ਨੂੰ ਹੁੰਦੇ ਨੇ। ਇਹਨੂੰ ਵੀ ਦੇਖਣਾ ਚਾਹੀਦਾ। ਔਰ ਜਿੱਥੇ ਇਹ ਦਰਬਾਰ ਸਾਹਿਬ 'ਤੇ ਹਮਲੇ ਵਾਲੀ 'ਤੇ ਵੀ ਅੱਜ ਵੀ ਲੋਕ ਗੱਲ ਕਰ ਰਹੇ ਨੇ, ਸੋਸ਼ਲ ਮੀਡੀਆ 'ਤੇ ਵੀ, ਵੱਖ-ਵੱਖ ਥਾਵਾਂ 'ਤੇ ਵੀ ਅੱਜ ਇੱਕ ਦਿਖਾਇਆ ਜਾ ਰਿਹਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ ਨੇ, SGPC ਦਿਖਾ ਰਹੀ ਹੈ, ਜਾਂ ਬਾਕੀ ਸਾਰੇ ਮਾਮਲੇ ਨੇ। ਇਹ ਠੀਕ ਹੈ ਕਿ ਲੋਕਾਂ ਨੂੰ ਅਸਲੀਅਤ ਪਤਾ ਹੋਣੀ ਚਾਹੀਦੀ ਹੈ ਕੀ ਵਾਪਰਿਆ, ਪਰ ਇਹਨੂੰ ਨੇੜੇ ਲਾਉਣ ਦਾ ਜਿਹੜਾ ਇੱਕ ਸਿਸਟਮ ਹੁੰਦਾ ਨਾ, ਜਿਹੜੀ ਮੇਨ ਧਿਰ ਹੈ, ਜਿਹੜੀ ਪਾਰਲੀਮੈਂਟ 'ਚ ਬੈਠੇ ਹੋਏ ਵੀ, ਪਾਰਲੀਮੈਂਟ ਨੂੰ ਵੀ ਇਹ 'ਚ ਚਰਚਾ ਕਰਕੇ ਕਲੋਜ਼ਰ ਕਰਨਾ ਚਾਹੀਦਾ ਸੀ। ਜਿਹੜੀਆਂ ਪਾਰਟੀਆਂ ਸੱਤਾ 'ਚ ਰਹੀਆਂ ਉਹਦੇ 'ਚ ਵੀ ਕਰਨਾ ਚਾਹੀਦਾ ਸੀ। ਜਿੰਨੀ ਜਲਦੀ ਇਹਦੇ 'ਤੇ ਖੁੱਲ੍ਹੇ ਇਰਾਦੇ ਦੇ ਨਾਲ ਗਲਤੀਆਂ ਸਵੀਕਾਰ ਕਰਕੇ ਅੱਗੇ ਵਧਣ ਦਾ ਜਿਹੜਾ ਮਾਹੌਲ ਬਣਾਇਆ ਜਾਏਗਾ, ਓਨਾ ਹੀ ਇਹ ਦੇਸ਼ ਦੇ ਅਤੇ ਪੂਰੀ ਦੁਨੀਆ ਦੇ ਹਿੱਤ ਦੇ ਵਿੱਚ ਹੋਏਗਾ। ਜੀ
ਹਮੀਰ ਜੀ, ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਘਾਟ ਕਰਕੇ ਕਹਿ ਲਈਏ, ਦਵਾਈਆਂ ਦੀ ਘਾਟ ਕਰਕੇ, ਬੇਰੁਜ਼ਗਾਰੀ, ਵਿੱਤੀ ਸੰਕਟ ਕਰਕੇ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਨੂੰ ਕਦੇ ਵੀ ਜਿਹੜਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾਂਦਾ, ਨਾ ਹੀ ਕਦੀ ਉਹਦਾ ਮੰਥਨ ਕੀਤਾ ਜਾਂਦਾ ਵੀ ਕਿ ਇਹਦੇ ਪਿੱਛੇ ਕਸੂਰਵਾਰ ਕੌਣ ਹੈ, ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਕਿਉਂਕਿ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਬਿਲਕੁਲ, ਮਨੁੱਖੀ ਅਧਿਕਾਰ ਸਭ ਤੋਂ ਮੁੱਢਲਾ ਚੀਜ਼ ਹੈ ਜਾਨ ਤੇ ਮਾਲ ਦੀ ਰਾਖੀ। ਜੀ। ਦੋ ਚੀਜ਼ਾਂ ਨੇ। ਜਾਨ ਦੀ ਰਾਖੀ ਦਾ ਮਤਲਬ ਇਕੱਲਾ ਇੰਨਾ ਹੀ ਨਹੀਂ ਹੈ ਕਿ ਜੇ ਕਿਸੇ ਕੋਈ ਗੋਲੀ ਮਾਰ ਕੇ ਮਾਰਦਾ ਤਾਂ ਰਾਖੀ ਕਰਨ ਲਈ ਪੁਲਿਸ ਹੈ। ਜਾਨ ਦੀ ਰਾਖੀ, ਜੇ ਮੇਰੇ ਕੋਲ ਸਿਹਤ ਲਈ ਪੈਸੇ ਨਹੀਂ ਹੈ ਤਾਂ ਮੇਰੀ ਜਾਨ ਦੀ ਰਾਖੀ ਕਰਨੀ ਹੈ ਨਾ। ਸਿਸਟਮ ਹੈ ਇੱਕ, ਵੋਟਰ ਪ੍ਰਣਾਲੀ ਹੈ, ਸਾਰੇ ਲੀਡਰ ਮੈਨੀਫੈਸਟੋ ਕਹਿੰਦੇ ਨੇ ਅਸੀਂ ਲੋਕਾਂ ਦਾ ਕਰਾਂਗੇ, ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਔਰ ਜਾਨ ਦੀ ਰਾਖੀ ਇਸ ਗੱਲ ਦੇ ਵਿੱਚ ਵੀ ਹੈ, ਜੇ ਕਿਉਂਕਿ ਜਾਨ ਹੈ ਤਾਂ ਬੰਦਾ ਜਿੰਦਾ ਰਹੂਗਾ ਜੇ ਉਹਦੇ ਕੋਲ ਰੋਜੀ ਰੋਟੀ ਦਾ ਪ੍ਰਬੰਧ ਹੈ। ਬਿਲਕੁਲ। ਜੇ ਕੁਝ ਖਾਣ ਨੂੰ ਹੈ, ਕੁਝ ਰਹਿਣ ਨੂੰ ਹੈ, ਕੁਝ ਜਿਉਣ ਨੂੰ, ਤਾਂ ਜਿਉਣ ਦਾ ਅਧਿਕਾਰ ਮਿਲਦਾ। ਜੇ ਹੁਣ ਰੁਜ਼ਗਾਰ ਛੁੱਟ ਗਿਆ, ਬਿਲਕੁਲ ਖਾਣ ਦਾ ਪ੍ਰਬੰਧ ਨਹੀਂ ਹੈ, ਭੁੱਖਾ ਮਰ ਕੇ ਵੀ ਬੰਦਾ ਮਰ ਰਿਹਾ ਹੈ, ਤਾਂ ਵੀ ਇਹ ਕਿਸੇ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ। ਬੁਨਿਆਦੀ ਮਨੁੱਖੀ ਅਧਿਕਾਰ ਹੈ ਕਿ ਤੁਸੀਂ ਖਾਣ ਦਾ ਪ੍ਰਬੰਧ ਕਰਨਾ ਬੰਦੇ ਦਾ। ਇਸੇ ਤਰ੍ਹਾਂ ਕਰੋਨਾ ਦੇ ਵਿੱਚ ਵੀ ਜਿਹੜਾ ਆਕਸੀਜਨ ਦਾ, ਵੈਂਟੀਲੇਟਰ ਦਾ, ਜਿਹੜਾ ਬਾਕੀ ਕਰਕੇ ਬੰਦੇ ਮਰੇ, ਜਾਂ ਜਿਹੜੇ ਹੁਣ ਜਿਹੜਾ ਸਾਡੇ ਕੋਲ ਸਰਵੇ ਆ ਰਿਹਾ, ਡਾਟੇ ਆ ਰਹੇ ਨੇ ਕਿ ਲੋਕ ਕਿੰਨੇ ਬੇਕਾਰ ਹੋ ਗਏ, ਬੇਰੁਜ਼ਗਾਰ ਹੋ ਗਏ, ਉਹਨਾਂ ਕੋਲ ਰੋਟੀ ਦਾ ਕੋਈ ਬੰਦੋਬਸਤ ਨਹੀਂ ਹੈ। ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਅਤੇ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਇਹ ਸਟੇਟ ਦੀ ਅਤੇ ਸਮਾਜ ਦੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਨਹੀਂ ਤਾਂ ਇਹੋ ਜਿਹਾ ਲਾਅ ਬਣਨਾ ਚਾਹੀਦਾ ਕਿ ਜਿੱਥੇ ਵੀ ਕਿਤੇ ਬੰਦੇ ਇਹਨਾਂ ਤੋਂ ਵਾਂਝੇ ਰਹਿ ਗਏ ਤਾਂ ਜਿਹੜੇ ਵੀ ਜ਼ਿੰਮੇਵਾਰ ਬੰਦੇ ਨੇ, ਕਿਸੇ ਅਫਸਰੀ ਅਹੁਦੇ 'ਤੇ ਬੈਠਾ ਹੈ, ਕਿਸੇ ਪੋਲੀਟੀਕਲ ਅਹੁਦੇ 'ਤੇ ਬੈਠਾ ਹੈ, ਤਾਂ ਉਹਨਾਂ ਖਿਲਾਫ ਕਾਨੂੰਨੀ ਤੌਰ 'ਤੇ ਮੁਕੱਦਮਾ ਚੱਲ ਸਕਦਾ ਹੋਵੇ, ਤਾਂ ਜਵਾਬਦੇਹੀ ਹੋਣੀ ਹੈ, ਨਹੀਂ ਤਾਂ ਜਵਾਬਦੇਹੀ ਨਹੀਂ ਹੋਣੀ। ਇਸ ਲਈ ਮਨੁੱਖੀ ਅਧਿਕਾਰ ਉਸ ਹੱਦ ਤੱਕ ਹੈ, ਜਿਵੇਂ ਮਨੁੱਖੀ ਅਧਿਕਾਰ ਇੱਕ ਦਾ ਜੇਕਰ ਐਂਗਲ ਲੈਣਾ ਹੋਵੇ, ਜਿਹੜਾ ਉਹ ਕਾਲਾ ਇੱਕ ਬੰਦਾ ਜਾਰਜ ਫਰਾਇਡ, ਜਿਹੜਾ ਗਰਦਨ 'ਤੇ ਗੋਡਾ ਰੱਖ ਕੇ ਮਾਰ ਦਿੱਤਾ ਗਿਆ ਸੀ, ਉਦੋਂ ਬਾਅਦ ਲਗਭਗ 150 ਕੇਸ ਜਿਹੜੇ ਨੇ ਮਤਲਬ ਕਾਨੂੰਨ ਨਵੇਂ ਬਣ ਗਏ ਵੱਖ-ਵੱਖ ਸਟੇਟਾਂ ਦੇ, ਅਮਰੀਕਾ ਦੇ, ਔਰ ਕਿੰਨੇ ਹੀ ਕਾਨੂੰਨ ਉਹਦੇ ਨਾਂ 'ਤੇ ਰੱਖੇ ਗਏ ਨੇ, ਅਤੇ ਔਰ ਤਾਂ ਕਿ ਅੱਗੇ ਨੂੰ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਐਡੇ ਵੱਡੇ ਪੱਧਰ 'ਤੇ ਤਬਦੀਲੀ ਹੋ ਰਹੀ ਹੈ ਉਸ ਇੱਕ ਘਟਨਾ ਤੋਂ ਦੇਖਦੇ ਹੋਏ। ਔਰ ਸਾਡੇ ਤਾਂ ਆਇਆ ਵੀ ਮਾਮਲਾ ਲੰਘ ਗਿਆ ਅਤੇ ਆਪਾਂ ਕੀ ਲੈਣਾ। ਇਸ ਲਈ ਸਿਸਟਮ 'ਚ ਤਬਦੀਲੀ, ਜਿਹੜੀਆਂ ਗਲਤੀਆਂ ਨੇ ਸਟਰਕਚਰ 'ਚ, ਢਾਂਚੇ 'ਚ, ਉੱਧਰ ਨੂੰ ਸੋਚਣਾ ਹੀ ਮਨੁੱਖੀ ਅਧਿਕਾਰ ਦੇ ਦਾਇਰੇ ਨੂੰ ਵਧਾਉਣਾ ਹੈ, ਮਨੁੱਖੀ ਅਧਿਕਾਰ ਦੀ ਕਦਰ ਕਰਨਾ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।